ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਵੀਕਲੀ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਗੱਲਬਾਤ ਕਰਾਂਗੇ ਉਹਨਾਂ ਖਬਰਾਂ ਦੀ ਜਿਹੜੀਆਂ ਹਫ਼ਤਾ ਪਰ ਖਾਸ ਰਹੀਆਂ। ਨਜ਼ਰ ਮਾਰਦੇ ਹਾਂ ਇਹਨਾਂ ਖਬਰਾਂ ਉੱਪਰ। ਸੁਪਰ ਵੀਜ਼ਾ ਲਈ ਨਵੀਆਂ ਸ਼ਰਤਾਂ ਜਾਰੀ, ਆਮਦਨ ਸ਼ਰਤਾਂ ਬਾਰੇ ਆਈ ਜਾਣਕਾਰੀ। ਗੈਂਗ ਵਾਰ ਵਿੱਚ 2 ਪੰਜਾਬੀਆਂ ਦੀ ਮੌਤ, ਬ੍ਰਦਰਜ਼ ਕੀਪਰ ਗੈਂਗਸਟਰ ਦੀ ਗਈ ਜਾਨ। 5 ਦਿਨਾਂ ਵਿੱਚ ਨਸ਼ੇ ਕਾਰਨ 10 ਮੌਤਾਂ, ਅਧਿਕਾਰੀਆਂ ਨੇ ਕੀਤੀ ਅਪੀਲ। ਇਮੀਗ੍ਰੇਸ਼ਨ ਦੇ ਡਰਾਅ ਬਾਰੇ ਜਾਣਕਾਰੀ, ਜਾਣੋ ਕਿੰਨਿਆਂ ਨੂੰ ਮਿਲਿਆ ਪੱਕੇ ਹੋਣ ਦਾ ਮੌਕਾ। ਪੰਜਾਬੀ ਐਮਪੀ ਦੇ ਟ੍ਰਾਇਲ ਵਿੱਚ ਵਾਧਾ, ਜੂਏ ਦੀ ਲੱਤ ਕਾਰਨ ਦਿੱਤਾ ਸੀ ਅਸਤੀਫਾ। ਸੁਪਰ ਵੀਜ਼ਾ ਵਾਲਿਆਂ ਦੇ ਲਈ ਕੁਝ ਸ਼ਰਤਾਂ ਜਾਰੀ ਕੀਤੀਆਂ ਗਈਆਂ। ਇਹ ਸ਼ਰਤਾਂ ਆਮਦਨੀ ਨਾਲ ਜੁੜੀਆਂ ਹੋਈਆਂ ਨੇ, ਜਿੱਥੇ ਦੱਸਿਆ ਗਿਆ ਹੈ ਕਿ ਹੁਣ ਪਰਿਵਾਰ ਵਾਸਤੇ ਕਿੰਨੀ ਇਨਕਮ ਸ਼ੋ ਕਰਨੀ ਜ਼ਰੂਰੀ ਹੋਏਗੀ। ਇਸ ਵਿੱਚ ਜਿਹੜਾ ਬਦਲਾਅ ਕੀਤਾ ਗਿਆ ਉਸ ਬਾਰੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਅਪਡੇਟ ਜਨਤਕ ਕੀਤੀ ਹੈ। ਸੁਪਰ ਵੀਜ਼ਾ ਵਾਸਤੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਸੁਪਰ ਵੀਜ਼ਾ ਵਾਸਤੇ 2022 ਦੀਆਂ ਸ਼ਰਤਾਂ ਜਾਰੀ ਕੀਤੀਆਂ ਗਈਆਂ ਨੇ। ਇਹ ਸ਼ਰਤਾਂ ਆਮਦਨ ਦੇ ਨਾਲ ਜੁੜੀਆਂ ਹੋਈਆਂ ਹਨ। ਜੀ ਹਾਂ, ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਸੁਪਰ ਵੀਜ਼ਾ ਲਈ ਆਮਦਨ ਸ਼ਰਤਾਂ ਵਿੱਚ ਵਾਧਾ ਕੀਤਾ ਗਿਆ। ਸਾਲ 2022 ਵਾਸਤੇ ਨਵੀਆਂ ਆਮਦਨ ਸ਼ਰਤਾਂ ਹੁਣ ਜਾਰੀ ਕਰ ਦਿੱਤੀਆਂ ਗਈਆਂ ਨੇ। ਜ਼ਿਕਰਯੋਗ ਹੈ ਕਿ ਸੁਪਰ ਵੀਜ਼ਾ ਅਪਲਾਈ ਕਰਨ ਵਾਸਤੇ ਸਪਾਂਸਰ ਕਰਨ ਵਾਲਿਆਂ ਲਈ ਸਾਲਾਨਾ ਆਮਦਨ ਦੀ ਸ਼ਰਤ ਹੁੰਦੀ ਹੈ, ਜੋ ਕਿ ਪਰਿਵਾਰਕ ਮੈਂਬਰਾਂ ਦੀ ਗਿਣਤੀ ਤੇ ਨਿਰਭਰ ਕਰਦੀ ਹੈ। ਇਮੀਗ੍ਰੇਸ਼ਨ ਵਿਭਾਗ ਵੱਲੋਂ ਸਾਲ 2022 ਲਈ ਆਮਦਨ ਸ਼ਰਤਾਂ ਜਾਰੀ ਕੀਤੀਆਂ ਗਈਆਂ। ਇਸ ਸੂਚੀ ਮੁਤਾਬਕ 4 ਵਿਅਕਤੀਆਂ ਦੇ ਪਰਿਵਾਰ ਲਈ 2022 ਦੀ ਆਮਦਨ $49,466 ਹੋਣੀ ਚਾਹੀਦੀ ਹੈ। 2021 ਦੌਰਾਨ ਇਹ ਆਮਦਨ $48,167 ਸੀ। ਪਰਿਵਾਰ ਦੇ ਕੁੱਲ 7 ਮੈਂਬਰ ਹੋਣ ਦੀ ਸੂਰਤ ਵਿੱਚ ਇਹ ਆਮਦਨ $70,448 ਹੋਣੀ ਚਾਹੀਦੀ ਹੈ, ਜੋ ਕਿ ਇਸ ਤੋਂ ਬਾਅਦ ਪ੍ਰਤੀ ਮੈਂਬਰ $7,172 ਜੁੜਦੇ ਰਹਿਣਗੇ। ਦੱਸ ਦਈਏ ਕਿ ਸੁਪਰ ਵੀਜ਼ਾ ਵਿੱਚ ਆਮਦਨ ਦੀ ਸ਼ਰਤ ਦਾ ਮੁੱਦਾ ਕੈਨੇਡਾ ਵਿੱਚ ਲਗਾਤਾਰ ਚਰਚਾ ਅੰਦਰ ਰਹਿੰਦਾ ਹੈ। ਓਨਟਾਰੀਓ ਤੋਂ ਕੰਜ਼ਰਵੇਟਿਵ ਐਮਪੀ ਵੱਲੋਂ ਸੁਪਰ ਵੀਜ਼ਾ ਦੀਆਂ ਸ਼ਰਤਾਂ ਨੂੰ ਨਰਮ ਕਰਨ ਸੰਬੰਧੀ ਪ੍ਰਾਈਵੇਟ ਮੈਂਬਰ ਬਿੱਲ C242 ਲਿਆਂਦਾ ਗਿਆ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸੁਪਰ ਵੀਜ਼ਾ ਵਾਸਤੇ ਫੈਡਰਲ ਸਰਕਾਰ ਵੱਲੋਂ ਪਿਛਲੇ ਦਿਨੀ ਇੱਕ ਵੱਡੀ ਰਾਹਤ ਵੀ ਦਿੱਤੀ ਗਈ, ਜਿੱਥੇ ਮਾਂ-ਬਾਪ ਨੂੰ 5 ਸਾਲ ਤੱਕ ਕੈਨੇਡਾ ਰਹਿਣ ਦਾ ਮੌਕਾ ਦਿੱਤਾ ਗਿਆ, ਜਿਸ ਦਾ ਮਤਲਬ ਹੈ ਕਿ ਸੁਪਰ ਵੀਜ਼ਾ ਵਾਲੇ ਇੱਕੋ ਵਾਰ ਕੈਨੇਡਾ ਆ ਕੇ ਲਗਾਤਾਰ 5 ਸਾਲ ਲਈ ਕੈਨੇਡਾ ਵਿੱਚ ਰਹਿ ਸਕਣਗੇ। ਮੌਜੂਦਾ ਸਮੇਂ ਜਿਹੜੇ ਕੈਨੇਡਾ ਵਿੱਚ ਸੁਪਰ ਵੀਜ਼ਾ ਤੇ ਆਏ ਹੋਏ ਹਨ, ਉਹ ਤਾਂ ਕੈਨੇਡਾ ਵਿੱਚ 7 ਸਾਲ ਵੀ ਰਹਿ ਸਕਦੇ ਹਨ। ਉਹ ਆਪਣੀ ਸਟੇ ਦੇ ਵਿੱਚ ਵਾਧੇ ਕਰਨ ਦੇ ਲਈ ਅਪਲਾਈ ਕਰ ਸਕਦੇ ਨੇ। ਇਸ ਹਫ਼ਤੇ ਇੱਕ ਮਾਮਲਾ ਸਾਹਮਣੇ ਆਇਆ, ਜਿੱਥੇ ਬ੍ਰਦਰਜ਼ ਕੀਪਰ ਗੈਂਗਸਟਰ ਦੀ ਮੌਤ ਹੋ ਗਈ। ਗੈਂਗ ਵਾਰ ਦੇ ਵਿੱਚ 2 ਪੰਜਾਬੀ ਮਾਰੇ ਗਏ ਨੇ। ਇੱਕ ਗੈਂਗ ਵਾਰ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਤੇ ਜਿਸ ਦੂਸਰੇ ਵਿਅਕਤੀ ਦੀ ਮੌਤ ਹੋਈ ਹੈ ਉਹ ਉਸ ਗੈਂਗਸਟਰ ਦਾ ਦੋਸਤ ਦੱਸਿਆ ਗਿਆ, ਜੋ ਕਿ ਗੈਂਗ ਵਾਰ ਨਾਲ ਸੰਬੰਧਿਤ ਨਹੀਂ ਹੈ। ਬ੍ਰਦਰਜ਼ ਕੀਪਰ ਗੈਂਗਸਟਰ ਦੀ ਮੌਤ ਹੋ ਗਈ ਤੇ ਉਸਦੇ ਦੋਸਤ ਨੂੰ ਵੀ ਗੋਲੀ ਲੱਗਣ ਦੇ ਬਾਰੇ ਪਤਾ ਚੱਲਿਆ। ਦਰਅਸਲ ਵਿਸਲਰ ਦੇ ਵਿੱਚ ਜੋ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ, ਉੱਥੇ ਬ੍ਰਦਰਜ਼ ਕੀਪਰ ਗੈਂਗਸਟਰ ਅਤੇ ਉਸਦੇ ਦੋਸਤ ਨੂੰ ਗੋਲੀ ਲੱਗੀ, ਜਿਸ ਕਾਰਨ ਇਹਨਾਂ ਦੋਹਾਂ ਦੀ ਮੌਤ ਹੋ ਗਈ। ਜਿਹੜੇ ਗੈਂਗਸਟਰ ਦੀ ਮੌਤ ਹੋਈ ਹੈ, ਉਸ ਦਾ ਨਾਮ ਮਨਿੰਦਰ ਧਾਲੀਵਾਲ ਦੇ ਤੌਰ ਤੇ ਦੱਸਿਆ ਗਿਆ ਤੇ ਉਮਰ 29 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਐਤਵਾਰ ਵਾਲੇ ਦਿਨ ਵਿਸਲਰ ਵਿੱਚ ਗੋਲੀਆਂ ਚੱਲੀਆਂ। ਗੋਲੀਬਾਰੀ ਦੀ ਇਸ ਘਟਨਾ ਨਾਲ ਜੁੜੇ ਹੋਏ ਕੁਝ ਲੋਕਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ। ਗੋਲੀ ਲੱਗਣ ਕਾਰਨ ਬ੍ਰਦਰਜ਼ ਕੀਪਰ ਗੈਂਗਸਟਰ ਨੇ ਆਪਣੀ ਜਾਨ ਗਵਾ ਦਿੱਤੀ। ਇਹ ਉਹੀ ਗੈਂਗਸਟਰ ਹੈ ਜਿਸਨੇ ਪਿਛਲੇ ਸਾਲ ਵੈਨਕੂਵਰ ਕੋਲ ਹਾਰਬਰ ਦੇ ਵਿੱਚ ਜੋ ਟਾਰਗੇਟਡ ਇੱਕ ਮਾਮਲਾ ਸਾਹਮਣੇ ਆਇਆ ਸੀ, ਉਸ ਵਿੱਚ ਆਪਣੇ ਭਰਾ ਨੂੰ ਗਵਾ ਦਿੱਤਾ। ਜ਼ਿਕਰਯੋਗ ਹੈ ਕਿ ਐਤਵਾਰ ਵਾਲੇ ਦਿਨ ਵਿਸਲਰ ਦੇ ਸੰਡੇਲ ਹੋਟਲ ਦੇ ਨੇੜੇ ਗੋਲੀਆਂ ਚੱਲੀਆਂ। ਗੋਲੀ ਲੱਗਣ ਕਾਰਨ ਮਨਿੰਦਰ ਧਾਲੀਵਾਲ ਦੀ ਮੌਤ ਹੋ ਗਈ ਤੇ ਉਸਦੇ ਦੋਸਤ ਦੀ ਵੀ ਮੌਤ ਹੋਣ ਦੇ ਬਾਰੇ ਪਤਾ ਚੱਲਿਆ, ਜਿਸ ਦਾ ਨਾਮ ਸਤਿੰਦਰ ਗਿੱਲ ਦੇ ਤੌਰ ਤੇ ਦੱਸਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸਦਾ ਦੋਸਤ ਸਤਿੰਦਰ ਗਿੱਲ ਗੈਂਗ ਦੇ ਨਾਲ ਜੁੜਿਆ ਹੋਇਆ ਨਹੀਂ ਸੀ। ਧਾਲੀਵਾਲ ਦੀ ਘਟਨਾ ਵਾਲੀ ਥਾਂ ਦੇ ਉੱਪਰ ਹੀ ਮੌਤ ਹੋ ਗਈ, ਜਦਕਿ ਗਿੱਲ ਨੂੰ ਹਸਪਤਾਲ ਵਿੱਚ ਜਿਸ ਵੇਲੇ ਭਰਤੀ ਕਰਵਾਇਆ ਗਿਆ ਸੀ, ਉੱਥੇ ਉਸਨੇ ਦਮ ਤੋੜ ਦਿੱਤਾ। ਇਸ ਤੋਂ ਪਹਿਲਾਂ ਧਾਲੀਵਾਲ ਦੇ ਭਰਾ ਨੂੰ 17 ਅਪ੍ਰੈਲ 2021 ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਸਾਰੇ ਮਾਮਲੇ ਦੀ ਜਾਂਚ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਕੀਤੀ ਜਾ ਰਹੀ ਸੀ। ਉਹਨਾਂ ਵੱਲੋਂ ਐਤਵਾਰ ਦੀ ਇਸ ਗੋਲੀਬਾਰੀ ਵਾਲੀ ਘਟਨਾ ਨੂੰ ਲੋਅਰ ਮੇਨਲੈਂਡ ਗੈਂਗ ਕੌਨਫਲਿਕਟ ਨਾਲ ਜੋੜਿਆ ਹੈ। ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਲੋਕਲ ਆਰਸੀਐਮਪੀ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੇ ਮਾਮਲੇ ਨਾਲ ਜੁੜੇ ਹੋਏ 2 ਸਸਪੈਕਟਸ ਨੂੰ ਹਿਰਾਸਤ ਵਿੱਚ ਲਿਆ। ਇਹ ਦੋਨੋਂ ਜਾਣੇ ਪੁਲਿਸ ਨੂੰ ਜਾਣਕਾਰ ਦੱਸੇ ਜਾ ਰਹੇ ਹਨ।
ਫਿਲਹਾਲ ਪੁਲਿਸ ਇਸ ਸਾਰੇ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਜਾਏਗੀ। ਹੁਣ ਤੱਕ ਦੀ ਅਪਡੇਟ ਦੇ ਵਿੱਚ ਉਹਨਾਂ ਵੱਲੋਂ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। 5 ਦਿਨਾਂ ਵਿੱਚ 10 ਮੌਤਾਂ ਹੋਣ ਦਾ ਮਾਮਲਾ ਸਾਹਮਣੇ ਆਇਆ। ਇਹ ਮੌਤਾਂ ਨਸ਼ੇ ਦੀ ਓਵਰਡੋਜ਼ ਕਾਰਨ ਹੋਈਆਂ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਤੇ ਇਸ ਬਾਰੇ ਜਾਣਕਾਰੀ ਵੀ ਦਿੱਤੀ। 5 ਦਿਨਾਂ ਅੰਦਰ 10 ਜਣਿਆਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ, ਜਿਸ ਤੋਂ ਬਾਅਦ ਟੋਰਾਂਟੋ ਪਬਲਿਕ ਹੈਲਥ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ। ਇਸ ਮਾਮਲੇ ਬਾਰੇ ਟੋਰਾਂਟੋ ਪਬਲਿਕ ਹੈਲਥ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਓਪੀਓਇਡ ਓਵਰਡੋਜ਼ ਕਾਰਨ ਇੱਕ ਹਫ਼ਤੇ ਵਿੱਚ 10 ਜਣਿਆਂ ਦੀ ਜਾਨ ਚਲੀ ਗਈ। ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਟੋਰਾਂਟੋ ਪਬਲਿਕ ਹੈਲਥ ਵੱਲੋਂ ਡਰੱਗ ਅਲਰਟ ਜਾਰੀ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਓਵਰਡੋਜ਼ ਕਾਰਨ ਮੌਤਾਂ ਹੋਈਆਂ ਉਹ 17 ਜੁਲਾਈ ਤੋਂ 21 ਜੁਲਾਈ ਵਿਚਕਾਰ ਹੋਈਆਂ ਦੱਸੀਆਂ ਗਈਆਂ। ਹੁਣ ਤੱਕ ਇਸ ਮਹੀਨੇ ਬਾਰੇ ਜੋ ਜਾਣਕਾਰੀ ਸਾਹਮਣੇ ਆਈ ਹੈ, ਟੋਰਾਂਟੋ ਪੈਰਾਮੈਡਿਕਸ ਨੂੰ 21 ਓਵਰਡੋਜ਼ ਕਾਰਨ ਜੁੜੇ ਹੋਏ ਮਾਮਲਿਆਂ ਬਾਰੇ ਜਾਣਕਾਰੀ ਮਿਲੀ। ਇਸ ਤਰ੍ਹਾਂ ਦੇ ਮਾਮਲੇ ਨੂੰ ਧਿਆਨ ਵਿੱਚ ਰੱਖਦਿਆਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਤੇ ਨਾਲ ਹੀ ਇੱਕ ਖਾਸ ਨੰਬਰ ਵੀ ਜਾਰੀ ਕੀਤਾ ਗਿਆ, ਜਿੱਥੇ ਮੁਫਤ ਵਿੱਚ ਕਿੱਟ ਹਾਸਲ ਕੀਤੀ ਜਾ ਸਕਦੀ ਹੈ। ਮੁਫਤ ਵਿੱਚ ਕਿੱਟ ਹਾਸਲ ਕਰਨ ਵਾਸਤੇ 1800-565-86003 ਤੇ ਸੰਪਰਕ ਕਰਨਾ ਜ਼ਰੂਰੀ ਹੈ। ਓਨਟਾਰੀਓ ਕੋਰਨਰਜ਼ ਆਫਿਸ ਵੱਲੋਂ ਨਸ਼ੇ ਸੰਬੰਧੀ ਜੋ ਜਾਣਕਾਰੀ ਦਿੱਤੀ ਗਈ, ਉਸ ਵਿੱਚ ਦੱਸਿਆ ਗਿਆ ਕਿ 1 ਅਪ੍ਰੈਲ 2020 ਤੋਂ ਲੈ ਕੇ 31 ਮਾਰਚ 2021 ਦੌਰਾਨ ਸਮੋਕਿੰਗ ਓਪੀਓਇਡ ਨੇ ਵੀ ਕਈ ਜਾਨਾਂ ਲੈ ਲਈਆਂ, ਜਿਸ ਵਾਸਤੇ 30% ਦਾ ਅੰਕੜਾ ਉਹਨਾਂ ਵੱਲੋਂ ਸਾਂਝਾ ਕੀਤਾ ਗਿਆ ਹੈ। ਨਸ਼ੇ ਦੀ ਓਵਰਡੋਜ਼ ਕਾਰਨ ਜਿਹੜੀਆਂ ਮੌਤਾਂ ਹੋਈਆਂ ਨੇ, ਪਿਛਲੇ ਸਾਲ ਦੀ ਤੁਲਨਾ ਵਿੱਚ ਉਸ ਅੰਦਰ ਵਾਧਾ ਦਰਜ ਕੀਤਾ ਗਿਆ, ਜਿਸ ਦੇ ਅੰਕੜੇ ਉਹਨਾਂ ਵੱਲੋਂ ਸਾਂਝੇ ਕੀਤੇ ਗਏ ਨੇ। ਇਮੀਗ੍ਰੇਸ਼ਨ ਦੇ ਡਰਾਅ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਕਿੰਨਿਆਂ ਨੂੰ ਇਹਨਾਂ ਡਰਾਅ ਵਿੱਚ ਸੱਦੇ ਹਾਸਲ ਕਰਨ ਦਾ ਮੌਕਾ ਮਿਲਿਆ। ਦੱਸ ਦਈਏ ਕਿ ਕਈ ਵੱਡੇ ਡਰਾਅ ਜਿਹੜੇ ਕਿ ਪੈਂਡੈਮਿਕ ਦੌਰਾਨ ਰੋਕੇ ਗਏ ਸਨ, ਉਹਨਾਂ ਨੂੰ ਮੁੜ ਐਲਾਨ ਕਰਨ ਦੀ ਸ਼ੁਰੂਆਤ ਕੀਤੀ ਗਈ, ਜਿਸ ਬਾਰੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਤਾਜ਼ਾ ਜਾਣਕਾਰੀ ਦਿੱਤੀ ਗਈ ਸੀ ਤੇ ਹੁਣ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਦੀ ਡਿਟੇਲ ਦਿੱਤੀ ਗਈ। IRCC ਵੱਲੋਂ ਫੈਡਰਲ ਸਕਿਲਡ ਵਰਕਰ ਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਦੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਿੰਨੇ ਉਮੀਦਵਾਰਾਂ ਨੂੰ ਸਾਰੇ ਪ੍ਰੋਗਰਾਮ ਤਹਿਤ ਸੱਦੇ ਜਾਰੀ ਕੀਤੇ ਗਏ ਹਨ। ਦੱਸੀਏ ਕਿ ਹਾਲ ਹੀ ਵਿੱਚ ਫੈਡਰਲ ਸਰਕਾਰ ਵੱਲੋਂ ਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਮੁੜ ਤੋਂ ਐਲਾਨ ਕਰਨ ਦੀ ਸ਼ੁਰੂਆਤ ਕਰ ਦਿੱਤੀ ਗਈ। ਪਹਿਲਾ ਡਰਾਅ 6 ਜੁਲਾਈ ਨੂੰ ਕੱਢਿਆ ਗਿਆ, ਜਿੱਥੇ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਕੁਝ ਸਮੇਂ ਦੀ ਰੋਕ ਬਾਅਦ ਦੁਬਾਰਾ ਤੋਂ ਡਰਾਅ ਦਾ ਐਲਾਨ ਕੀਤਾ। ਕੁੱਲ ਮਿਲਾ ਕੇ ਇਸ ਵਿੱਚ 1500 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਤੇ ਇਹਨਾਂ ਉਮੀਦਵਾਰਾਂ ਕੋਲ 557 ਸਕੋਰਸ ਹੋਣੇ ਜ਼ਰੂਰੀ ਰਹੇ। PNP ਡਰਾਅ ਤਹਿਤ 6 ਜੁਲਾਈ ਦੌਰਾਨ 700 ਸੱਦੇ ਜਾਰੀ ਕੀਤੇ ਗਏ। CRS ਸਕੋਰ 557 ਜ਼ਰੂਰੀ ਸਨ। 20 ਜੁਲਾਈ ਨੂੰ 764 ਉਮੀਦਵਾਰਾਂ ਨੂੰ ਸੱਦੇ ਮਿਲੇ ਤੇ CRS ਸਕੋਰ 542 ਦੀ ਜ਼ਰੂਰਤ ਸੀ। ਕੁੱਲ ਮਿਲਾ ਕੇ 1464 ਉਮੀਦਵਾਰਾਂ ਦੀ ਕਿਸਮਤ ਜਾਗੀ। ਕੈਨੇਡੀਅਨ ਐਕਸਪੀਰੀਅੰਸ ਕਲਾਸ ਤਹਿਤ 6 ਜੁਲਾਈ ਨੂੰ 595 ਸੱਦੇ ਜਾਰੀ ਕੀਤੇ ਗਏ। CRS ਸਕੋਰ 557 ਚਾਹੀਦਾ ਸੀ। 20 ਜੁਲਾਈ ਨੂੰ 569 ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ ਤੇ ਉਹਨਾਂ ਨੂੰ 542 CRS ਸਕੋਰਸ ਦੀ ਜ਼ਰੂਰਤ ਸੀ। ਕੁੱਲ ਮਿਲਾ ਕੇ 1164 ਉਮੀਦਵਾਰਾਂ ਦੀ ਕਿਸਮਤ ਜਾਗੀ। ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਤਹਿਤ 6 ਜੁਲਾਈ ਨੂੰ 205, 20 ਜੁਲਾਈ ਨੂੰ 417 ਤੇ ਕੁੱਲ 622 ਇਨਵੀਟੇਸ਼ਨ ਦਿੱਤੇ ਗਏ। ਐਕਸਪ੍ਰੈਸ ਐਂਟਰੀ ਦੇ ਇਹਨਾਂ ਪ੍ਰੋਗਰਾਮ ਵਿੱਚ 6 ਜੁਲਾਈ ਦੌਰਾਨ 1500 ਉਮੀਦਵਾਰਾਂ ਨੂੰ, 20 ਜੁਲਾਈ ਨੂੰ 1750 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਕੁੱਲ ਮਿਲਾ ਕੇ 3250 ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਿਲ ਹੋ ਚੁੱਕੇ ਹਨ। ਦੱਸ ਦਈਏ ਕਿ ਪੈਂਡੈਮਿਕ ਦੌਰਾਨ ਜਿਹੜੇ ਵੱਡੇ ਡਰਾਅ ਹਨ, ਉਹਨਾਂ ਉੱਪਰ ਇਮੀਗ੍ਰੇਸ਼ਨ ਵਿਭਾਗ ਵੱਲੋਂ ਰੋਕ ਲਗਾ ਦਿੱਤੀ ਗਈ ਸੀ। ਫਿਰ ਇਮੀਗ੍ਰੇਸ਼ਨ ਮੰਤਰੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ 6 ਜੁਲਾਈ ਤੋਂ ਮੁੜ ਇਹ ਵੱਡੇ ਡਰਾਅ ਐਲਾਨ ਕਰਨ ਦੀ ਸ਼ੁਰੂਆਤ ਕੀਤੀ ਜਾਏਗੀ ਤੇ ਅਜਿਹਾ ਹੁੰਦਾ ਹੋਇਆ ਦਿਖਾਈ ਦਿੱਤਾ। ਰਾਜ ਗਰੇਵਾਲ ਦੇ ਟ੍ਰਾਇਲ ਵਿੱਚ ਵਾਧਾ ਕੀਤਾ ਗਿਆ। ਸਾਬਕਾ ਪੰਜਾਬੀ ਮੂਲ ਦੇ ਮੈਂਬਰ ਪਾਰਲੀਮੈਂਟ ਖਿਲਾਫ ਜਿਹੜਾ ਟ੍ਰਾਇਲ ਚਲਾਇਆ ਗਿਆ, ਉਸ ਵਿੱਚ ਵਾਧਾ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਰਾਜ ਗਰੇਵਾਲ ਤੇ ਜੂਏ ਦੇ ਦੋਸ਼ ਲੱਗੇ ਸਨ ਕਿ ਉਹਨਾਂ ਵੱਲੋਂ ਕਈਆਂ ਤੋਂ ਲੋਨ ਲਿਆ ਗਿਆ। ਇਹਨਾਂ ਇਲਜ਼ਾਮਾਂ ਦੇ ਬਾਰੇ ਖੁਦ ਰਾਜ ਗਰੇਵਾਲ ਵੱਲੋਂ ਵੀ ਗੱਲਬਾਤ ਕੀਤੀ ਗਈ ਸੀ। ਸਾਬਕਾ ਲਿਬਰਲ MP ਰਾਜ ਗਰੇਵਾਲ ਦੇ ਟ੍ਰਾਇਲ ਵਿੱਚ ਵਾਧਾ ਕੀਤਾ ਗਿਆ। 2015 ਦੌਰਾਨ ਗਰੇਵਾਲ ਚੁਣੇ ਗਏ ਸਨ ਅਤੇ ਜੂਏ ਦੀ ਲੱਤ ਕਾਰਨ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ। ਜੀ ਹਾਂ, ਆਪਣੀ ਸਿਆਸੀ ਅਹੁਦੇ ਦੀ ਵਰਤੋਂ ਕਰ ਵਿੱਤੀ ਲਾਭ ਲੈਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਸਾਬਕਾ ਲਿਬਰਲ MP ਰਾਜ ਗਰੇਵਾਲ ਦੇ ਟ੍ਰਾਇਲ ਵਿੱਚ ਵਾਧਾ ਕੀਤਾ ਗਿਆ। ਗਰੇਵਾਲ ਉੱਪਰ ਆਪਣੀ ਟਰਮ ਦੌਰਾਨ ਜੂਏ ਕਾਰਨ ਚੜੇ ਕਰਜ਼ੇ ਨੂੰ ਉਤਾਰਨ ਦੇ ਲਈ
ਲਏ ਗਏ ਲੋਨ ਦੀ ਜਾਣਕਾਰੀ ਐਥਿਕਸ ਕਮਿਸ਼ਨ ਤੋਂ ਛੁਪਾਉਣ ਦੇ ਦੋਸ਼ ਹਨ। ਹਾਲਾਂਕਿ ਮੁਕੱਦਮਾ ਇਸ ਮਹੀਨੇ ਦੇ ਅੰਤ ਤੱਕ ਖਤਮ ਹੋਣਾ ਸੀ, ਪਰ ਹੁਣ ਅਗਲੀ ਸੁਣਵਾਈ ਨਵੰਬਰ ਦੇ ਵਿੱਚ ਹੋਣ ਜਾ ਰਹੀ ਹੈ। ਦੱਸਣਯੋਗ ਹੈ ਕਿ ਰਾਜ ਗਰੇਵਾਲ ਬਰੈਂਪਟਨ ਈਸਟ ਰਾਈਡਿੰਗ ਤੋਂ 2015 ਦੌਰਾਨ MP ਚੁਣੇ ਗਏ ਸਨ। ਇੱਕ ਮੁੱਖ ਗਵਾਹ ਨੇ ਪਿਛਲੇ ਹਫ਼ਤੇ ਓਨਟਾਰੀਓ ਦੀ ਇੱਕ ਅਦਾਲਤ ਨੂੰ ਦੱਸਿਆ ਕਿ ਉਸਨੇ ਭਾਰਤ ਵਿੱਚ ਟਰੂਡੋ ਨਾਲ ਇੱਕ ਮੁਲਾਕਾਤ ਤੋਂ ਪਹਿਲਾਂ ਗਰੇਵਾਲ ਨੂੰ $2 ਲੱਖ ਦਾ ਕਰਜ਼ਾ ਦਿੱਤਾ ਸੀ। ਯੂਸਫ ਵੱਲੋਂ ਗਵਾਹੀ ਵਿੱਚ ਕਿਹਾ ਗਿਆ ਕਿ ਲਿਬਰਲ ਪਾਰਟੀ ਦੇ ਮੈਂਬਰ ਹੋਣ ਦੇ ਨਾਤੇ ਉਸ ਨੂੰ ਲਿਬਰਲ ਅਧਿਕਾਰੀਆਂ ਤੱਕ ਪਹੁੰਚਣ ਵਿੱਚ ਗਰੇਵਾਲ ਦੀ ਮਦਦ ਦੀ ਲੋੜ ਸੀ। ਜ਼ਿਕਰਯੋਗ ਹੈ ਕਿ ਇਸ ਮੁਕੱਦਮੇ ਦੌਰਾਨ ਅਦਾਲਤ ਵਿੱਚ ਬਹੁਤ ਸਾਰੇ ਗਵਾਹਾਂ ਨੇ ਗਵਾਹੀ ਦਿੱਤੀ ਕਿ ਗਰੇਵਾਲ ਨੇ MP ਹੁੰਦੇ ਹੋਏ ਉਹਨਾਂ ਤੋਂ ਲੋਨ ਦੀ ਮੰਗ ਕੀਤੀ ਸੀ। ਯੂਸਫ ਅਤੇ ਹੋਰ ਗਵਾਹਾਂ ਨੇ ਅਦਾਲਤ ਨੂੰ ਦੱਸਿਆ ਕਿ ਉਹਨਾਂ ਨੇ ਵੱਡੀ ਰਕਮ ਵਿੱਚ ਉਹਨਾਂ ਦੀ ਵਿੱਤੀ ਮਦਦ ਕੀਤੀ ਕਿਉਂਕਿ ਉਹ ਗਰੇਵਾਲ ਤੇ ਭਰੋਸਾ ਕਰਦੇ ਸਨ ਤੇ ਉਸ ਨੂੰ ਆਪਣਾ ਦੋਸਤ ਮੰਨਦੇ ਸਨ। ਓਨਟਾਰੀਓ ਦੇ ਇੱਕ ਹੋਰ ਕਾਰੋਬਾਰੀ ਨੇ ਗਵਾਹੀ ਦਿੱਤੀ ਕਿ ਉਸ ਦੇ ਭਾਈਚਾਰੇ ਵਿੱਚ ਇਸ ਤਰ੍ਹਾਂ ਇੱਕ ਦੂਜੇ ਦੀ ਮਦਦ ਕਰਨਾ ਆਮ ਹੈ। ਦੋਹਾਂ ਗਵਾਹਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਗਰੇਵਾਲ ਨੂੰ ਜੂਏ ਦੀ ਲੱਤ ਹੈ, ਜਿਸ ਕਾਰਨ ਉਹਨਾਂ ਨੂੰ ਪੈਸਿਆਂ ਦੀ ਜ਼ਰੂਰਤ ਹੈ। ਗਰੇਵਾਲ ਨੇ 2018 ਦੇ ਅੰਤ ਵਿੱਚ ਆਪਣੀ ਜੂਏ ਦੀ ਲੱਤ ਦੇ ਜਨਤਕ ਹੋਣ ਤੋਂ ਬਾਅਦ ਲਿਬਰਲ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਉਸਨੇ 2019 ਦੌਰਾਨ ਚੋਣ ਨਹੀਂ ਲੜੀ। ਅਸਤੀਫਾ ਦਿੰਦਿਆਂ ਗਰੇਵਾਲ ਨੇ ਕਿਹਾ ਸੀ ਕਿ ਉਹ ਜੂਏ ਦੀ ਲੱਤ ਤੋਂ ਹੁਣ ਹਟਣਾ ਚਾਹੁੰਦੇ ਹਨ। ਗਰੇਵਾਲ ਨੇ ਕਿਹਾ ਸੀ ਕਿ ਉਸਨੇ ਸਿਰਫ ਦੋਸਤਾਂ ਤੇ ਪਰਿਵਾਰਾਂ ਤੋਂ ਕਰਜ਼ਾ ਲਿਆ ਸੀ ਤੇ ਉਸਨੇ ਆਪਣੇ ਸਾਰੇ ਕਰਜ਼ੇ ਅਦਾ ਕਰ ਦਿੱਤੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਕੁਝ ਹਿੱਸਿਆਂ ਵਿੱਚ ਕਾਫੀ ਜ਼ਿਆਦਾ ਗਰਮੀ ਪੈ ਰਹੀ ਹੈ। এনवायरमेंट ਕੈਨੇਡਾ ਵੱਲੋਂ ਇਸ ਹਫ਼ਤੇ ਗਰਮੀ ਦੀ ਚੇਤਾਵਨੀ ਦਿੱਤੀ ਗਈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਿਛਲੇ ਕਈ ਰਿਕਾਰਡ ਇਸ ਵਾਰ ਦੀ ਗਰਮੀ ਨੇ ਤੋੜ ਦਿੱਤੇ ਹਨ। ਬ੍ਰਿਟਿਸ਼ ਕੋਲੰਬੀਆ ਦੇ ਕੁਝ ਹਿੱਸਿਆਂ ਵਾਸਤੇ ਹੀਟ ਵਾਰਨਿੰਗ ਜਾਰੀ ਕੀਤੀ ਗਈ ਹੈ। ਦੱਸ ਦਈਏ ਕਿ ਕਈ ਥਾਵਾਂ ਤੇ ਤਾਪਮਾਨ ਇਸ ਸਮੇਂ 40 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਜਾ ਰਿਹਾ ਹੈ। এনवायरमेंट ਕੈਨੇਡਾ ਵੱਲੋਂ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਕੁਝ ਹਿੱਸਿਆਂ ਵਿੱਚ ਇਸ ਹਫ਼ਤੇ ਗਰਮੀ ਇਸੇ ਤਰ੍ਹਾਂ ਬਰਕਰਾਰ ਰਹਿਣ ਵਾਲੀ ਹੈ। ਏਜੰਸੀ ਦਾ ਕਹਿਣਾ ਹੈ ਕਿ ਟੈਰੈਂਸ ਤੋਂ ਲੈ ਕੇ ਸਦਰਨ ਬਾਰਡਰ ਤੱਕ ਇਹ ਚੇਤਾਵਨੀ ਉਨ੍ਹਾਂ ਵੱਲੋਂ ਜਾਰੀ ਕੀਤੀ ਜਾ ਰਹੀ ਹੈ। ਜ਼ਿਆਦਾਤਰ ਗਰਮੀ ਦਾ ਇਸ ਸਮੇਂ ਅਸਰ ਔਕਨਾਗਨ ਤੇ ਕੋਟਨੀ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਦਿਨ ਵੇਲੇ ਤਾਪਮਾਨ 30 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਜਾ ਰਿਹਾ ਹੈ ਤੇ ਇਸ ਹਫ਼ਤੇ ਕੁਝ ਇਸ ਤਰ੍ਹਾਂ ਦੇ ਹੀ ਹਾਲਾਤ ਰਹਿਣ ਵਾਲੇ ਨੇ। ਰਾਤ ਵੇਲੇ ਇੱਥੇ ਤਾਪਮਾਨ ਦੀ ਜੋ ਜਾਣਕਾਰੀ ਦਿੱਤੀ ਗਈ ਉਹ 18 ਡਿਗਰੀ ਸੈਲਸੀਅਸ ਦੀ ਹੈ। ਇਸ ਤੋਂ ਇਲਾਵਾ ਮੈਟਰੋ ਵੈਨਕੂਵਰ, ਫਰੇਜ਼ਰ ਵੈਲੀ, ਵੈਨਕੂਵਰ ਆਈਲੈਂਡ ਦੇ ਵਿੱਚ ਦਿਨ ਵੇਲੇ ਤਾਪਮਾਨ 31 ਡਿਗਰੀ ਤੋਂ ਲੈ ਕੇ 35 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਜਾਵੇਗਾ। এনवायरमेंट ਕੈਨੇਡਾ ਦੇ ਦੱਸਣ ਮੁਤਾਬਕ ਟੈਰਸ ਬੇਲਾਕੂਲਾ ਦੇ ਵਿੱਚ ਤਾਪਮਾਨ 30 ਡਿਗਰੀ ਸੈਲਸੀਅਸ ਅਤੇ 32 ਡਿਗਰੀ ਸੈਲਸੀਅਸ ਤੱਕ ਪਹੁੰਚੇਗਾ। ਨਾਰਥ ਕੋਲੰਬੀਆ ਅਤੇ ਨਾਰਥ ਥੌਮਸਨ ਰੀਜਨ ਦੇ ਵਿੱਚ ਵੀ ਗਰਮੀ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਤੋਂ ਇਲਾਵਾ এনवायरमेंट ਕੈਨੇਡਾ ਦਾ ਕਹਿਣਾ ਹੈ ਕਿ ਬੁੱਧਵਾਰ ਵਾਲੇ ਦਿਨ ਗਰਮੀ ਕਾਫੀ ਜ਼ਿਆਦਾ ਹੋਵੇਗੀ ਤੇ ਸ਼ੁੱਕਰਵਾਰ ਤੱਕ ਇਹ ਸਿਲਸਿਲਾ ਜਾਰੀ ਰਹਿਣ ਵਾਲਾ ਹੈ। ਜ਼ਿਕਰਯੋਗ ਹੈ ਕਿ 2021 ਦੌਰਾਨ ਵੀ ਇੱਥੇ ਕਾਫੀ ਜ਼ਿਆਦਾ ਗਰਮੀ ਪਈ ਸੀ। 2021 ਦੀ ਹੀਟ ਵੇਵ ਦੌਰਾਨ ਕਈ ਲੋਕਾਂ ਦੀ ਜਾਨ ਵੀ ਚਲੀ ਗਈ। ਕੁੱਲ 619 ਮੌਤਾਂ ਗਰਮੀ ਦੇ ਕਾਰਨ ਉਸ ਵੇਲੇ ਪਈਆਂ ਸਨ, ਜਿਸ ਦੀ ਜਾਣਕਾਰੀ ਸੂਬੇ ਵੱਲੋਂ ਸਾਂਝੀ ਕੀਤੀ ਗਈ। ਹੁਣ ਜੋ ਇਸ ਸਮੇਂ ਗਰਮੀ ਦੇ ਹਾਲਾਤ ਬਣੇ ਹੋਏ ਨੇ, ਇਸ ਦੌਰਾਨ ਆਮ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਆਪਣਾ ਖਾਸ ਤੌਰ ਤੇ ਖਿਆਲ ਰੱਖਣ। ਪਾਲਤੂ ਜਾਨਵਰਾਂ ਦਾ ਵੀ ਖਿਆਲ ਰੱਖਣ ਦੇ ਵਾਸਤੇ ਲਗਾਤਾਰ ਕਿਹਾ ਜਾ ਰਿਹਾ ਹੈ। ਦਿਨ ਵੇਲੇ ਘਰ ਤੋਂ ਬਿਨਾਂ ਕੰਮ ਦੇ ਬਾਹਰ ਨਿਕਲਣ ਤੋਂ ਪਰਹੇਜ਼ ਕੀਤਾ ਜਾਵੇ ਤੇ ਥੋੜੇ ਸਮੇਂ ਬਾਅਦ ਹੀ ਪਾਣੀ ਪੀਣ, ਆਪਣੇ ਆਪ ਨੂੰ ਹਾਈਡਰੇਟਡ ਰੱਖਿਆ ਜਾਵੇ। ਇਸ ਤੋਂ ਇਲਾਵਾ ਵੈਬਸਾਈਟ ਦੇ ਉੱਪਰ ਵੀ ਦੱਸਿਆ ਜਾ ਰਿਹਾ ਹੈ ਕਿ ਗਰਮੀ ਤੋਂ ਬਚਾਅ ਕਿਵੇਂ ਰੱਖਿਆ ਜਾਵੇ। ਮਈ ਮਹੀਨੇ ਸੇਲ ਕਿਸ ਤਰ੍ਹਾਂ ਰਹੀ, ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ। ਪਹਿਲਾਂ ਦੇ ਮੁਕਾਬਲੇ ਸੇਲ ਵਿੱਚ ਵਾਧਾ ਦਰਜ ਕੀਤਾ ਗਿਆ। $7 ਬਿਲੀਅਨ ਤੋਂ ਵੱਧ ਦੀ ਸੇਲ ਬਾਰੇ ਦੱਸਿਆ ਜਾ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਪਹਿਲਾਂ ਦੇ ਮੁਕਾਬਲੇ ਇਸ ਵਿੱਚ 3% ਦਾ ਵਾਧਾ ਹੋਇਆ। ਮਈ ਮਹੀਨੇ ਕੈਨੇਡਾ ਵਿੱਚ ਸੇਲ ਕਿਸ ਤਰ੍ਹਾਂ ਰਹੀ, ਇਸ ਬਾਰੇ ਸਟੈਟਿਸਟਿਕਸ ਕੈਨੇਡਾ ਵੱਲੋਂ ਤਾਜ਼ਾ ਅੰਕੜੇ ਪੇਸ਼ ਕੀਤੇ ਗਏ ਨੇ। ਦੱਸਿਆ ਜਾ ਰਿਹਾ ਹੈ ਕਿ ਕਈ ਥਾਵਾਂ ਤੇ ਸੇਲ ਵਿੱਚ ਵਾਧਾ ਹੋਇਆ ਹੈ। ਇਹ ਅੰਕੜਾ ਮਈ ਮਹੀਨੇ ਬਾਰੇ ਸਾਂਝਾ ਕੀਤਾ ਗਿਆ। ਸਟੈਟਿਸਟਿਕਸ ਕੈਨੇਡਾ ਦੇ ਦੱਸਣ ਮੁਤਾਬਕ ਰੈਸਟੋਰੈਂਟ ਬਾਰ ਸੇਲ ਵਿੱਚ 3% ਦਾ ਵਾਧਾ ਦਰਜ ਕੀਤਾ ਗਿਆ, ਭਾਵ ਕਿ $7.4 ਬਿਲੀਅਨ ਦੀ ਸੇਲ ਹੋਈ ਹੈ। ਕਰੋਨਾ ਪੈਂਡੈਮਿਕ ਤੋਂ ਬਾਅਦ ਹੁਣ ਜਿਹੜੇ ਅੰਕੜੇ ਸਾਹਮਣੇ ਆਏ ਨੇ, ਉਹਨਾਂ ਨੂੰ ਇੱਕ ਚੰਗੀ ਨਜ਼ਰ ਦੇ ਨਾਲ ਵੇਖਿਆ ਜਾ ਰਿਹਾ ਹੈ ਕਿਉਂਕਿ ਸੇਲ ਵਿੱਚ ਵਾਧਾ ਦਰਜ ਕੀਤਾ ਗਿਆ। ਸਟੈਟਿਸਟਿਕਸ ਕੈਨੇਡਾ ਦੇ ਦੱਸਣ ਮੁਤਾਬਕ ਫੂਡ ਸਰਵਿਸ ਅਤੇ ਡਰਿੰਕਿੰਗ ਵਾਲੀਆਂ ਥਾਵਾਂ ਦੇ ਉੱਪਰ ਸੇਲ $7.4 ਬਿਲੀਅਨ ਦਰਜ ਕੀਤੀ ਗਈ ਹੈ। ਏਜੰਸੀ ਦੇ ਦੱਸਣ ਮੁਤਾਬਕ ਪੀਣ ਵਾਲੀਆਂ ਥਾਵਾਂ ਤੇ ਸੇਲ ਵਿੱਚ 6.1% ਦਾ ਵਾਧਾ ਦਰਜ ਕੀਤਾ ਗਿਆ। ਰੈਸਟੋਰੈਂਟ ਅੰਦਰ ਇਹ ਅੰਕੜਾ 3.1% ਦਾ ਸਾਂਝਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫੂਡ ਕੇਟਰਰਸ,
ਫੂਡ ਟਰੱਕ ਕੰਪਨੀਜ਼ ਬਾਰੇ ਜੋ ਜਾਣਕਾਰੀ ਦਿੱਤੀ ਗਈ ਉਸ ਵਿੱਚ ਦੱਸਿਆ ਕਿ ਇੱਥੇ ਸੇਲ 8.1% ਨਾਲ ਵੱਧ ਹੋਈ ਹੈ। ਦੱਸ ਦਈਏ ਕਿ ਸਟੈਟਿਸਟਿਕਸ ਕੈਨੇਡਾ ਵੱਲੋਂ ਹਰ ਮਹੀਨੇ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਪਾਬੰਦੀਆਂ ਖਤਮ ਹੋਣ ਤੋਂ ਬਾਅਦ ਮਈ ਵਿੱਚ ਸੇਲ ਵੱਧ ਦਰਜ ਕੀਤੀ ਗਈ ਹੈ। ਸਭ ਤੋਂ ਜ਼ਿਆਦਾ ਸੇਲ ਅੰਦਰ ਵਾਧਾ ਓਨਟਾਰੀਓ ਸੂਬੇ ਵਿੱਚ ਦਰਜ ਕੀਤਾ ਗਿਆ, ਜਿੱਥੇ ਫੂਡ ਸਰਵਿਸ ਅਤੇ ਪੀਣ ਵਾਲੀਆਂ ਥਾਵਾਂ ਉੱਤੇ ਸੇਲ 3.8% ਵੱਧ ਦਰਜ ਕੀਤੀ ਗਈ ਹੈ। ਦੱਸ ਦਈਏ ਕਿ ਕਿਊਬੈਕ ਸੂਬਾ ਹੀ ਅਜਿਹਾ ਸੀ ਜਿੱਥੇ ਮਈ ਮਹੀਨੇ ਦੇ ਮੱਧ ਤੱਕ ਮਾਸਕ ਪਾਉਣਾ ਲਾਜ਼ਮੀ ਰਿਹਾ ਤੇ ਇੱਥੇ ਸੇਲ 3.5% ਵੱਧ ਦਰਜ ਕੀਤੀ ਗਈ, ਜਿਸ ਦਾ ਨੰਬਰ ਓਨਟਾਰੀਓ ਤੋਂ ਬਾਅਦ ਆਉਂਦਾ ਹੈ। ਮਈ ਮਹੀਨੇ ਰੈਸਟੋਰੈਂਟ ਤੋਂ ਖਰੀਦਣ ਵਾਲੀਆਂ ਖਾਣ ਦੀਆਂ ਚੀਜ਼ਾਂ 6.8% ਨਾਲ ਵੱਧ ਦਰਜ ਕੀਤੀਆਂ ਗਈਆਂ ਨੇ। 에ਅਰਪੋਰਟ ਤੇ ਯਾਤਰੀਆਂ ਨੂੰ ਲਗਾਤਾਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਯਾਤਰੀ ਆਪਣੀ ਯਾਤਰਾ ਵਿੱਚ ਬਦਲਾਅ ਕਰ ਰਹੇ ਨੇ, ਪਰ ਇਸ ਪਰੇਸ਼ਾਨੀ ਦਾ ਹੱਲ ਨਿਕਲਿਆ, ਜਿਸ ਬਾਰੇ ਟਰਾਂਸਪੋਰਟ ਮੰਤਰੀ ਗੱਲ ਕਰਦੇ ਹੋਏ ਦਿਖਾਈ ਦਿੱਤੇ। ਜਿਹੜੇ ਅਧਿਕਾਰੀ ਨੇ ਉਹਨਾਂ ਵੱਲੋਂ ਕਿਸ ਤਰ੍ਹਾਂ ਹੱਲ ਕੱਢਿਆ ਗਿਆ ਪਰੇਸ਼ਾਨੀ ਦਾ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਯਾਤਰੀਆਂ ਨੂੰ ਜੋ 에ਅਰਪੋਰਟ ਤੇ ਪਰੇਸ਼ਾਨੀ ਆ ਰਹੀ ਹੈ ਉਸ ਦੇ ਹੱਲ ਵਾਸਤੇ ਕੈਨੇਡਾ ਸਰਕਾਰ ਵੱਲੋਂ ਕਿਹੜੇ ਕਦਮ ਚੁੱਕੇ ਜਾ ਰਹੇ ਨੇ, ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਲਗਾਤਾਰ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਕਿ ਜੋ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੂੰ ਨਾ ਕਰਨਾ ਪਵੇ। ਦਰਅਸਲ 에ਅਰਪੋਰਟ ਤੇ ਯਾਤਰੀਆਂ ਨੂੰ ਉਡਾਨਾਂ ਵਿੱਚ ਦੇਰੀ, ਉਡਾਨਾਂ ਰੱਦ ਹੋਣ ਅਤੇ ਆਪਣੇ ਸਮਾਨ ਦੇ ਖੋਹ ਜਾਣ ਵਰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰਾਂਸਪੋਰਟ ਮੰਤਰੀ ਵੱਲੋਂ ਕੁਝ ਖਾਸ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਵਿੱਚ ਦੱਸਿਆ ਕਿ ਸਰਕਾਰ ਵੱਲੋਂ ਹੁਣ ਕਿਵੇਂ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਰਿਹਾ ਹੈ। ਦੱਸ ਦਈਏ ਕਿ 11 ਜੁਲਾਈ ਤੋਂ 21 ਜੁਲਾਈ ਵਿਚਕਾਰ ਜਾਣਕਾਰੀ ਦਿੱਤੀ ਗਈ ਕਿ 81% ਯਾਤਰੀਆਂ ਦੀ ਸਕਰੀਨਿੰਗ 15 ਮਿੰਟਾਂ ਦੇ ਵਿੱਚ ਹੀ ਕਰ ਲਈ ਗਈ। ਟੋਰਾਂਟੋ ਪੀਅਰਸਨ 에ਅਰਪੋਰਟ ਤੋਂ ਜਾਣਕਾਰੀ ਸਾਹਮਣੇ ਆਈ, ਜਿੱਥੇ 18 ਜੁਲਾਈ ਤੋਂ 21 ਜੁਲਾਈ ਦੇ ਵਿਚਕਾਰ ਜਾਣਕਾਰੀ ਦਿੱਤੀ ਗਈ ਕਿ 82% ਯਾਤਰੀਆਂ ਦੀ ਸਕਰੀਨਿੰਗ ਮਹਿਜ਼ 15 ਮਿੰਟ ਦੇ ਵਿੱਚ ਹੀ ਹੋ ਗਈ। ਕੈਲਗਰੀ ਤੋਂ ਪਤਾ ਚੱਲਿਆ ਹੈ ਕਿ 78% ਯਾਤਰੀਆਂ ਦੀ ਸਕਰੀਨਿੰਗ ਸਮੇਂ ਦੇ ਉੱਪਰ ਹੋ ਗਈ। ਮੌਂਟਰੀਅਲ ਤੋਂ ਇਹ ਅੰਕੜਾ 68% ਦਾ ਸਾਹਮਣੇ ਆਇਆ। ਦੱਸ ਦਈਏ ਕਿ ਕੈਨੇਡਾ ਦੇ तमाम 에ਅਰਪੋਰਟ ਦੇ ਉੱਪਰ ਹੁਣ ਘੱਟ ਯਾਤਰੀਆਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਪੈਂਡੇਮਿਕ ਤੋਂ ਬਾਅਦ ਹੁਣ 에ਅਰਪੋਰਟ ਦੇ ਉੱਪਰ ਕਾਫੀ ਜ਼ਿਆਦਾ ਯਾਤਰੀਆਂ ਦੀ ਗਿਣਤੀ ਨਜ਼ਰ ਆ ਰਹੀ ਹੈ, ਕਿਉਂਕਿ ਬਹੁਤ ਸਾਰੇ ਲੋਕ ਯਾਤਰਾ ਕਰਨਾ ਚਾਹੁੰਦੇ ਹਨ। 11 ਜੁਲਾਈ ਤੋਂ 17 ਜੁਲਾਈ ਦੌਰਾਨ 99,000 ਯਾਤਰੀ ਕੈਨੇਡਾ ਦੇ 에ਅਰਪੋਰਟ ਉੱਪਰ ਆਏ। 2019 ਦੀ ਤੁਲਨਾ ਵਿੱਚ ਇਹ ਅੰਕੜਾ ਵੱਧ ਦਰਜ ਕੀਤਾ ਗਿਆ। ਡਿਪਾਰਚਰ ਵਾਸਤੇ ਇਹ ਗਿਣਤੀ 83% ਦੀ ਸਾਂਝੀ ਕੀਤੀ ਗਈ ਹੈ। ਇਸ ਤੋਂ ਇਲਾਵਾ ਟਰਾਂਸਪੋਰਟ ਮੰਤਰੀ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ 에ਅਰ ਇੰਡਸਟਰੀ ਪਾਰਟਨਰਸ ਨਾਲ ਕੋਲੈਬੋਰੇਟ ਕੀਤਾ ਜਾ ਰਿਹਾ ਹੈ ਤਾਂ ਕਿ ਯਾਤਰੀਆਂ ਦੀ ਸਮੱਸਿਆ ਦਾ ਹੱਲ ਕੱਢਿਆ ਜਾਵੇ। ਉਹਨਾਂ ਵੱਲੋਂ 21 ਜੁਲਾਈ ਦੌਰਾਨ ਐਡਮਿੰਟਨ ਇੰਟਰਨੈਸ਼ਨਲ 에ਅਰਪੋਰਟ ਦੀ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ ਗਈ, ਜਿੱਥੇ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ। ਦੱਸ ਦਈਏ ਕਿ ਫੈਡਰਲ ਸਰਕਾਰ ਵੱਲੋਂ ਜਿਹੜੀ ਰੈਂਡਮ ਟੈਸਟਿੰਗ ਦੇ ਉੱਪਰ ਕੁਝ ਸਮੇਂ ਲਈ ਰੋਕ ਲਗਾਈ ਗਈ ਸੀ, ਉਸ ਨੂੰ ਵਾਪਸ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਬਾਰੇ ਸਰਕਾਰ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਵੱਲੋਂ ਇਹ ਫੈਸਲਾ ਲਿਆ ਗਿਆ। ਪੁਲਿਸ ਵੱਲੋਂ ਪ੍ਰੋਜੈਕਟ ਮਾਇਰਾ ਚਲਾਇਆ ਗਿਆ, ਜਿਸ ਤਹਿਤ ਵੱਡੀ ਕਾਰਵਾਈ ਕੀਤੀ ਗਈ। 200 ਤੋਂ ਵੱਧ ਚੋਰੀ ਦੀਆਂ ਗੱਡੀਆਂ ਪੁਲਿਸ ਦੇ ਹੱਥ ਲੱਗੀਆਂ ਨੇ। ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰੋਜੈਕਟ ਸਤੰਬਰ 2020 ਤੋਂ ਚਲਾਇਆ ਗਿਆ। ਚੋਰੀ ਹੋਈਆਂ ਗੱਡੀਆਂ ਦੇ ਮਾਮਲੇ ਵਿੱਚ ਓਨਟਾਰੀਓ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ, ਜਿੱਥੇ ਉਨ੍ਹਾਂ ਦੇ ਹੱਥ ਚੋਰੀ ਦੀਆਂ 214 ਗੱਡੀਆਂ ਲੱਗੀਆਂ ਨੇ। ਓਨਟਾਰੀਓ ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੇ ਸੰਬੰਧ ਵਿੱਚ ਉਨ੍ਹਾਂ ਵੱਲੋਂ ਕੁਝ ਲੋਕਾਂ ਖਿਲਾਫ ਕਾਰਵਾਈ ਕੀਤੀ ਗਈ, ਜਿਨ੍ਹਾਂ ਉੱਪਰ ਚਾਰजेस ਲਗਾਏ ਗਏ ਹਨ। ਇਸ ਕਾਰ ਚੋਰੀ ਦੇ ਮਾਮਲੇ ਵਿੱਚ ਇੰਟਰ ਪ੍ਰੋਵਿੰਸ਼ੀਅਲ ਇਨਵੈਸਟੀਗੇਸ਼ਨ ਚੱਲ ਰਹੀ ਸੀ ਤੇ ਪੁਲਿਸ ਦੇ ਹੱਥ ਕਈ ਚੋਰੀ ਦੇ ਵਾਹਨ ਲੱਗੇ ਨੇ। ਪੁਲਿਸ ਵੱਲੋਂ ਪ੍ਰੋਜੈਕਟ ਮਾਇਰਾ ਚਲਾਇਆ ਗਿਆ, ਜਿੱਥੇ ਓਨਟਾਰੀਓ ਪੁਲਿਸ ਦੇ ਹੱਥ 214 ਗੱਡੀਆਂ ਲੱਗੀਆਂ ਨੇ। ਇਹਨਾਂ ਦੀ ਕੀਮਤ $12 ਮਿਲੀਅਨ ਦੇ ਕਰੀਬ ਦੱਸੀ ਗਈ, ਜੋ ਕਿ ਹੁਣ ਗੱਡੀਆਂ ਪੁਲਿਸ ਵੱਲੋਂ ਬਰਾਮਦ ਕਰ ਲਈਆਂ ਗਈਆਂ ਨੇ। ਕਾਰਵਾਈ ਕਰਦਿਆਂ ਪੁਲਿਸ ਵੱਲੋਂ 3 ਕ੍ਰਿਮੀਨਲ ਆਰਗੇਨਾਈਜੇਸ਼ਨਸ ਦਾ ਵੀ ਪਰਦਾਫਾਸ਼ ਕੀਤਾ ਗਿਆ, ਜੋ ਕਿ ਇਸ ਨਾਲ ਜੁੜੀਆਂ ਹੋਈਆਂ ਸਨ। ਪਹਿਲੀ ਕ੍ਰਿਮੀਨਲ ਆਰਗੇਨਾਈਜੇਸ਼ਨ ਪੀਲ ਰੀਜਨ ਨਾਲ ਜੁੜੀ ਹੋਈ ਦੱਸੀ ਜਾ ਰਹੀ ਹੈ, ਜਿਨ੍ਹਾਂ ਵੱਲੋਂ ਓਨਟਾਰੀਓ ਤੋਂ ਕਈ ਵਾਹਨ ਚੋਰੀ ਕੀਤੇ ਗਏ। ਦੂਸਰੀ ਸੰਸਥਾ ਦੁਹਰਮ ਰੀਜਨ ਤੇ ਟੋਰਾਂਟੋ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ। ਓਨਟਾਰੀਓ ਪੁਲਿਸ ਦਾ ਇਸ ਬਾਰੇ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਧੋਖੇ ਨਾਲ ਸਸਕੈਚੁਆਨ ਵਿੱਚ ਵਾਹਨ ਰਜਿਸਟਰ ਕੀਤੇ ਜਾ ਰਹੇ ਸਨ। ਤੀਸਰੀ ਕ੍ਰਿਮੀਨਲ ਆਰਗੇਨਾਈਜੇਸ਼ਨ ਯਾਰਕ ਰੀਜਨ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ। ਉਨ੍ਹਾਂ ਵੱਲੋਂ ਕਈ ਮਹਿੰਗੇ ਵਾਹਨ ਚੋਰੀ ਕੀਤੇ ਗਏ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਜਦੋਂ ਕਈ ਥਾਵਾਂ ਤੇ ਛਾਪਾ ਮਾਰਿਆ ਗਿਆ ਤਾਂ ਉਨ੍ਹਾਂ ਦੇ ਹੱਥ ਕਈ ਹਥਿਆਰ, ਨਸ਼ਾ ਤੇ ਪੈਸੇ ਲੱਗੇ ਨੇ।
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਹੱਥ 6 ਹਥਿਆਰ, ਕਈ ਗ੍ਰਾਮ ਸਸਪੈਕਟਡ ਫੈਂਟਨਲ, ਕੋਕੇਨ ਤੇ ਕੈਨੇਬੀਸ ਲੱਗੀ ਹੈ। ਜਾਣਕਾਰੀ ਮੁਤਾਬਕ ਪ੍ਰੋਜੈਕਟ ਮਾਇਰਾ ਦੀ ਸ਼ੁਰੂਆਤ ਸਤੰਬਰ 2020 ਦੌਰਾਨ ਕੀਤੀ ਗਈ, ਜਿਸ ਵਿੱਚ ਕ੍ਰਾਈਮ ਇਨਫੋਰਸਮੈਂਟ ਬਿਊਰੋ, ਪ੍ਰੋਵਿੰਸ਼ੀਅਲ ਆਪਰੇਸ਼ਨ ਇੰਟੈਲੀਜੈਂਸ ਬਿਊਰੋ, Ontario Police Biker Enforcement Unit, Ontario Police Organised Crime Towing Industry Project, Durham Regional Police Services, Halton Regional Police Service, Peel Regional Police, Saskatoon Police Service ਤੇ York Region Police ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਸੀ। ਇੱਕ ਥਾਂ ਤੇ ਚਾਕੂ ਅਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ। ਇਸ ਸੰਬੰਧ ਵਿੱਚ 2 ਜਾਣੇ ਜ਼ਖਮੀ ਦੱਸੇ ਜਾ ਰਹੇ ਨੇ। ਇੱਕ ਉੱਪਰ ਗੋਲੀ ਚੱਲੀ ਤੇ ਦੂਸਰੇ ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਦੋਨਾਂ ਦਾ ਇਸ ਸਮੇਂ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇੱਕ ਨੂੰ ਹਿਰਾਸਤ ਵਿੱਚ ਲਿਆ ਗਿਆ। ਟੋਰਾਂਟੋ ਦੇ ਇੱਕ ਹਿੱਸੇ ਤੋਂ ਗੋਲੀਬਾਰੀ ਅਤੇ ਸ਼ੁਰੇਬਾਜ਼ੀ ਦਾ ਮਾਮਲਾ ਸਾਹਮਣੇ ਆਇਆ। ਇਹ ਘਟਨਾ ਰੈਕਸਡੇਲ ਮਾਲ ਦੇ ਨੇੜੇ ਵਾਪਰੀ। ਸ਼ੁਰੇਬਾਜ਼ੀ ਅਤੇ ਗੋਲੀਬਾਰੀ ਦੀ ਘਟਨਾ ਵਿੱਚ 2 ਜਾਣੇ ਜ਼ਖਮੀ ਹੋ ਗਏ। ਟੋਰਾਂਟੋ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕਾਂ ਵਿਚਕਾਰ ਝਗੜਾ ਹੋਇਆ ਸੀ ਤੇ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਗੋਲੀਆਂ ਅਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਟੋਰਾਂਟੋ ਪੁਲਿਸ ਦੇ ਦੱਸਣ ਮੁਤਾਬਕ ਇਹ ਮਾਮਲਾ 11:20 ਦੇ ਕਰੀਬ ਸਾਹਮਣੇ ਆਇਆ, ਜਿੱਥੇ ਪਾਰਕਿੰਗ ਲਾਟ ਵਿੱਚ ਕੁਝ ਲੋਕਾਂ ਦਰਮਿਆਨ ਝਗੜਾ ਹੋ ਗਿਆ। ਪੁਲਿਸ ਦੇ ਦੱਸਣ ਮੁਤਾਬਕ ਉਹਨਾਂ ਨੂੰ 2 ਪੀੜਤ ਮਿਲੇ। ਇੱਕ ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ ਤੇ ਦੂਸਰੇ ਦੇ ਗੋਲੀ ਲੱਗਣ ਦੇ ਬਾਰੇ ਜਾਣਕਾਰੀ ਦਿੱਤੀ ਗਈ। ਇਹ ਦੋਨੋਂ ਜਾਣੇ ਪੁਲਿਸ ਨੂੰ ਜ਼ਖਮੀ ਹਾਲਤ ਵਿੱਚ ਮਿਲੇ, ਜਿਨ੍ਹਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਸ਼ੁਰੇਬਾਜ਼ੀ ਅਤੇ ਗੋਲੀਬਾਰੀ ਦਾ ਇਹ ਮਾਮਲਾ ਰੈਜ਼ੀਡੈਂਸ਼ੀਅਲ ਏਰੀਆ ਦੇ ਨੇੜੇ ਵਾਪਰਿਆ ਹੈ। ਉਹਨਾਂ ਵੱਲੋਂ ਕਾਰਵਾਈ ਕਰਦਿਆਂ ਇੱਕ ਸਸਪੈਕਟ ਨੂੰ ਹਿਰਾਸਤ ਵਿੱਚ ਲਿਆ, ਜੋ ਕਿ ਇਹਨਾਂ ਦੋਨਾਂ ਮਾਮਲਿਆਂ ਨਾਲ ਜੁੜਿਆ ਹੋਇਆ ਹੈ। ਪੁਲਿਸ ਫਿਲਹਾਲ ਇਸ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਬਾਰੇ ਕਿਸੇ ਹੋਰ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਨਾਲ ਜ਼ਰੂਰ ਸੰਪਰਕ ਕਰਨ। ਫਿਲਹਾਲ ਪੁਲਿਸ ਵਿਭਾਗ ਵੱਲੋਂ ਅਜੇ ਪੀੜਤਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ। ਉਹਨਾਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਮੌਂਕੀਪੌਕਸ ਵਾਇਰਸ ਦੇ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਕੈਨੇਡਾ ਵਿੱਚ ਇਸ ਸਮੇਂ ਮੌਂਕੀਪੌਕਸ ਦੇ ਕੀ ਹਾਲਾਤ ਬਣੇ ਹੋਏ ਨੇ, ਕਿੰਨੇ ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਨੇ ਤੇ ਇਸ ਵਾਸਤੇ ਕੈਨੇਡਾ ਸਰਕਾਰ ਕੀ ਉਪਰਾਲੇ ਕਰ ਰਹੀ ਹੈ, ਵੀ ਉਹਨਾਂ ਵੱਲੋਂ ਦੱਸਿਆ ਗਿਆ। ਕੈਨੇਡਾ ਵਿੱਚ ਮੌਂਕੀਪੌਕਸ ਵਾਇਰਸ ਦੀ ਇਸ ਸਮੇਂ ਕੀ ਸਥਿਤੀ ਬਣੀ ਹੋਈ ਹੈ, ਇਸ ਬਾਰੇ ਹੈਲਥ ਆਫੀਸ਼ੀਅਲਸ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਵੱਲੋਂ ਇਸ ਵਾਇਰਸ ਦੇ ਆંકੜਿਆਂ ਦੇ ਨਾਲ ਵੀ ਜਾਣੂ ਕਰਵਾਇਆ ਗਿਆ। ਕੈਨੇਡਾ ਵੱਲੋਂ ਇਸ ਵਾਇਰਸ ਖਿਲਾਫ ਕਿਹੜੇ ਕਦਮ ਚੁੱਕੇ ਜਾ ਰਹੇ ਨੇ, ਇਸ ਗੱਲ ਦਾ ਜ਼ਿਕਰ ਕਰਦੇ ਹੋਏ ਵੀ ਉਹ ਦਿਖਾਈ ਦਿੱਤੇ। ਡਾਕਟਰ ਟੀਮ ਵੱਲੋਂ ਵੀ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ। On July the 23rd, following the second meeting of the International Health Regulations Emergency Committee to assess the ongoing monkeypox outbreak, Dr. Tedros, Director General of the WHO, or World Health Organization, issued a statement declaring that the multi-country outbreak of monkeypox represents a public health emergency of international concern. Our understanding of this virus is still evolving, and this declaration makes clear that the situation requires an urgent global response. Globally, as of July the 25th, over 16,000 confirmed cases of monkeypox have been reported from 75 countries and territories and areas across all 6 designated regions of the WHO. This represents a 48% increase in global cases during the latest reporting week as compared to the previous week. In Canada, as of July the 26th, a total of 745 confirmed cases of monkeypox have been reported nationally, including 346 cases in Quebec, 326 in Ontario, 58 in British Columbia, 12 in Alberta, 2 in Saskatchewan, and 1 in the Yukon. Among cases for whom additional information is available, over 99% are male, and the median age was 36 years. 에어ਪੋਰਟ ਦੇ ਯਾਤਰੀਆਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਯਾਤਰੀ ਆਪਣੀ ਯਾਤਰਾ ਰੱਦ ਕਰਦੇ ਹੋਏ ਜਾਂ ਫਿਰ ਇਸ ਦੀ ਯੋਜਨਾ ਵਿੱਚ ਬਦਲਾਵ ਕਰਦੇ ਹੋਏ ਦਿਖਾਈ ਦੇ ਰਹੇ ਨੇ। ਲੈਜਰ ਵੱਲੋਂ ਇੱਕ ਸਰਵੇ ਕਰਵਾਇਆ ਗਿਆ, ਜਿਸ ਵਿੱਚ 1000 ਤੋਂ ਵੱਧ ਕੈਨੇਡੀਅਨਸ ਨੂੰ ਸ਼ਾਮਿਲ ਕੀਤਾ ਗਿਆ। ਇਸ ਪੋਲ ਦੇ ਰਾਹੀਂ ਕਈ ਤਰ੍ਹਾਂ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ, ਜਿੱਥੇ ਯਾਤਰੀਆਂ ਵੱਲੋਂ ਆਪਣੀ ਪਰੇਸ਼ਾਨੀ ਦਾ ਜ਼ਿਕਰ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਹੁਣ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ। 에ਅਰਪੋਰਟ ਤੇ ਹੋ ਰਹੀ ਪਰੇਸ਼ਾਨੀ ਕਾਰਨ ਯਾਤਰੀਆਂ ਵੱਲੋਂ ਯਾਤਰਾ ਦੀ ਯੋਜਨਾ ਵਿੱਚ ਬਦਲਾਵ ਕੀਤੇ ਗਏ। ਇਸ ਬਾਰੇ ਤਾਜ਼ਾ ਪੋਲ ਸਾਹਮਣੇ ਆਇਆ, ਜਿਸ ਵਿੱਚ ਪਤਾ ਚੱਲਿਆ ਹੈ
ਕਿ 1/3 ਤੋਂ ਵੱਧ ਕੈਨੇਡੀਅਨਸ ਵੱਲੋਂ ਆਪਣੀਆਂ ਉਡਾਨਾਂ ਸੰਬੰਧੀ ਬਦਲਾਵ ਕੀਤਾ ਗਿਆ। ਇਸ ਦਾ ਕਾਰਨ ਹੈ 에ਅਰਪੋਰਟ ਦੇ ਉੱਪਰ ਹੋ ਰਹੀ ਪਰੇਸ਼ਾਨੀ। ਜੀ ਹਾਂ, ਵੱਡੀ ਗਿਣਤੀ ਵਿੱਚ ਕੈਨੇਡੀਅਨਸ ਜਿਨ੍ਹਾਂ ਵੱਲੋਂ ਇਸ ਵਾਰ ਸਫ਼ਰ ਕਰਨ ਦੀ ਯੋਜਨਾ ਬਣਾਈ ਗਈ, ਜਾਂ ਤਾਂ ਉਹਨਾਂ ਨੇ ਆਪਣਾ ਸਫ਼ਰ ਰੱਦ ਕਰ ਦਿੱਤਾ ਜਾਂ ਫਿਰ ਇਸ ਨੂੰ ਅੱਗੇ ਵਧਾ ਦਿੱਤਾ ਹੈ। ਇਸ ਬਾਰੇ ਹੁਣ ਇੱਕ ਪੋਲ ਰਾਹੀਂ ਤਾਜ਼ਾ ਜਾਣਕਾਰੀ ਸਾਹਮਣੇ ਆਈ। ਲੈਜਰ ਵੱਲੋਂ ਸਰਵੇ ਕਰਵਾਇਆ ਗਿਆ, ਜਿਸ ਵਿੱਚ 1516 ਕੈਨੇਡੀਅਨਸ ਨੇ ਹਿੱਸਾ ਲਿਆ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ 에ਅਰਪੋਰਟ ਦੇ ਉੱਪਰ ਹੋ ਰਹੀ ਪਰੇਸ਼ਾਨੀ ਕਾਰਨ ਉਹਨਾਂ ਦੀ ਯਾਤਰਾ ਦੇ ਉੱਪਰ ਕੀ ਅਸਰ ਪੈ ਰਿਹਾ ਹੈ। ਇਸ ਪੋਲ ਦੇ ਵਿੱਚ ਪਤਾ ਚੱਲਿਆ ਕਿ 35% ਯਾਤਰੀਆਂ ਵੱਲੋਂ 에ਅਰਪੋਰਟ ਦੇ ਉੱਪਰ ਹੋ ਰਹੀ ਦੇਰੀ ਕਾਰਨ ਆਪਣੀ ਯਾਤਰਾ ਵਿੱਚ ਬਦਲਾਵ ਕੀਤਾ ਗਿਆ। 56% ਵੱਲੋਂ ਤਾਂ ਆਪਣੀ ਯਾਤਰਾ ਅੱਗੇ ਵਧਾਉਣ ਦੇ ਬਾਰੇ ਕਹਿ ਦਿੱਤਾ ਗਿਆ। 18% ਕੈਨੇਡੀਅਨਸ ਵੱਲੋਂ ਆਪਣੀ ਡੈਸਟੀਨੇਸ਼ਨ ਵਿੱਚ ਬਦਲਾਵ ਕੀਤਾ ਗਿਆ ਹੈ। 13% ਕਹਿ ਰਹੇ ਨੇ ਜਾਂ ਤਾਂ ਉਹ 에ਅਰਲਾਈਨ ਬਦਲਣਗੇ ਜਾਂ ਫਿਰ ਉਹਨਾਂ ਵੱਲੋਂ ਆਪਣੀਆਂ ਉਡਾਨਾਂ ਰੱਦ ਕੀਤੀਆਂ ਜਾਣਗੀਆਂ। ਦੱਸ ਦਈਏ ਕਿ 에ਅਰਪੋਰਟ ਦੇ ਉੱਪਰ ਹੋ ਰਹੀ ਪਰੇਸ਼ਾਨੀ, ਉਡਾਨਾਂ ਦੇ ਵਿੱਚ ਹੋ ਰਹੀ ਦੇਰੀ ਕੋਈ ਨਵੀਂ ਗੱਲ ਨਹੀਂ। ਕੁਝ ਮਹੀਨਿਆਂ ਤੋਂ ਯਾਤਰੀਆਂ ਨੂੰ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 에ਅਰਪੋਰਟ ਅਥਾਰਟੀ ਵੀ ਲਗਾਤਾਰ ਇਸ ਬਾਰੇ ਗੱਲ ਕਰਦੀ ਹੋਈ ਦਿਖਾਈ ਦੇ ਰਹੀ ਹੈ। ਟਰਾਂਸਪੋਰਟ ਮੰਤਰੀ ਵੱਲੋਂ ਵੀ ਕਿਹਾ ਗਿਆ ਕਿ ਉਹਨਾਂ ਦੀ ਸਰਕਾਰ ਵੱਲੋਂ ਹੁਣ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ ਤਾਂ ਕਿ ਜਲਦ ਤੋਂ ਜਲਦ ਇਸ ਪਰੇਸ਼ਾਨੀ ਦਾ ਨਿਪਟਾਰਾ ਕਰ ਲਿਆ ਜਾਵੇ। ਉਹਨਾਂ ਵੱਲੋਂ ਲਗਾਤਾਰ ਨਵੀਂ ਸਟਾਫ ਦੀ ਭਰਤੀ ਨੂੰ ਲੈ ਕੇ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਉਹਨਾਂ ਵੱਲੋਂ ਪਿਛਲੇ ਦਿਨੀ ਇਹ ਵੀ ਦੱਸਿਆ ਗਿਆ ਸੀ ਕਿ 에ਅਰਪੋਰਟ ਦੇ ਉੱਪਰ ਕੁਝ ਹੀ ਮਿੰਟਾਂ ਦੇ ਵਿੱਚ ਯਾਤਰੀਆਂ ਦੀ ਸਿਕਿਉਰਿਟੀ ਕਰ ਦਿੱਤੀ ਗਈ। ਹੁਣ ਇਹ ਜੋ ਯਾਤਰਾ ਸੰਬੰਧੀ ਯਾਤਰੀਆਂ ਨੂੰ ਪਰੇਸ਼ਾਨੀ ਹੋ ਰਹੀ ਹੈ, ਇਸ ਦੇ ਪਿੱਛੇ ਵੱਡਾ ਕਾਰਨ ਹੈ ਕਿ ਇੱਕਦਮ ਯਾਤਰਾ ਦੀ ਮੰਗ ਵੱਧ ਗਈ ਅਤੇ ਸਟਾਫ ਦੀ ਕਮੀ ਹੋ ਗਈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਸੁਪਰ ਵੀਜ਼ਾ ਲਈ ਨਵੀਆਂ ਸ਼ਰਤਾਂ ਜਾਰੀ, ਆਮਦਨ ਸ਼ਰਤਾਂ ਬਾਰੇ ਆਈ ਜਾਣਕਾਰੀ। ਗੈਂਗ ਵਾਰ ਵਿੱਚ 2 ਪੰਜਾਬੀਆਂ ਦੀ ਮੌਤ, ਬ੍ਰਦਰਸ ਕੀਪਰ ਗੈਂਗਸਟਰ ਦੀ ਗਈ ਜਾਨ। 5 ਦਿਨਾਂ ਵਿੱਚ ਨਸ਼ੇ ਕਾਰਨ 10 ਮੌਤਾਂ, ਅਧਿਕਾਰੀਆਂ ਨੇ ਕੀਤੀ ਅਪੀਲ। ਇਮੀਗ੍ਰੇਸ਼ਨ ਦੇ ਡਰਾਅ ਬਾਰੇ ਜਾਣਕਾਰੀ, ਜਾਣੋ ਕਿੰਨਿਆਂ ਨੂੰ ਮਿਲਿਆ ਪੱਕੇ ਹੋਣ ਦਾ ਮੌਕਾ। ਪੰਜਾਬੀ ਐਮਪੀ ਦੇ ਟ੍ਰਾਇਲ ਵਿੱਚ ਵਾਧਾ, ਜੋਏ ਦੀ ਲੱਤ ਕਾਰਨ ਦਿੱਤਾ ਸੀ ਅਸਤੀਫਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।